ਅੱਜ ਵੀ ਇੱਕ ਬੰਦੇ ਨੇ ਆਪਣਾ ਵਕੀਲ ਖੜਾ ਕਰਕੇ ਜ਼ਮਾਨਤ ਲਗਾਈ, ਜ਼ਮਾਨਤ ਰੱਦ ਹੋ ਗਈ। ਇਸ ਤੋਂ ਪਹਿਲਾਂ ਵੀ ਇੱਕ ਨੇ ਆਪਣਾ ਵਕੀਲ ਖੜਾ ਕਰਕੇ ਜ਼ਮਾਨਤ ਲਗਾਈ, ਜ਼ਮਾਨਤ ਰੱਦ ਹੋ ਗਈ। ਫਿਰ ਸਾਡੀ ਜ਼ਮਾਨਤ ਜਿਹੜੀ ਲੱਗ ਰਹੀ ਸੀਗੀ ਸੈਸ਼ਨ ਅੰਦਰ, ਉਹਦੇ ਨਾਲ ਐਪਲੀਕੇਸ਼ਨ ਲਗਾਈ, ਜ਼ਮਾਨਤ ਐਕਸੈਪਟ ਹੋ ਗਈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ। ਤੁਹਾਡੇ ਕੋਲ ਕੋਈ ਮੰਤਰ ਹੈ ਕਿ ਦੂਜਿਆਂ ਦੀਆਂ ਜਿਹੜੀਆਂ ਜ਼ਮਾਨਤਾਂ ਰੱਦ ਹੋ ਰਹੀਆਂ ਤੇ ਤੁਹਾਡੀਆਂ ਮਨਜ਼ੂਰ ਹੋ ਰਹੀਆਂ ਨੇ? ਕੋਈ ਸਪੈਸ਼ਲ ਮੰਤਰ ਹੈ? ਬਾਕੀਆਂ ਨੂੰ ਵੀ ਦੱਸ ਦਿਓ। ਬਿਲਕੁਲ ਸਪੈਸ਼ਲ ਮੰਤਰ ਆ, ਕਿਉਂਕਿ ਸਾਡਾ ਦਫ਼ਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਆ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਆ ਔਰ ਅਸੀਂ ਸਾਡਾ ਵਿਸ਼ਵਾਸ ਸੱਚੇ ਤਖਤ ਤੇ ਆ। ਮੈਂ ਤੁਹਾਡੇ ਟੀਵੀ ਚੈਨਲ ਤੇ ਵੀ ਕਹਿਣਾ ਚਾਹੁੰਦਾ ਹਾਂ, ਮੈਂ ਨਾਮ ਲੈ ਕੇ ਕਿਸੇ ਦੀ ਗੱਲ ਨਹੀਂ ਕਰਦਾ, ਪਰ ਦਿੱਲੀ ਦੇ ਤੁਸੀਂ ਬਹੁਤ ਵੱਡੇ ਵਕੀਲਾਂ ਨੂੰ ਸਭ ਨੂੰ ਜਾਣਦੇ ਜੇ, ਜਿਨ੍ਹਾਂ ਨੂੰ ਤੁਸੀਂ ਹਰ ਮਸਲਿਆਂ 'ਚ ਅੱਗੇ ਦੇਖਿਆ ਹੋਊਗਾ, ਪਰ ਵੱਡੇ ਵੱਡੇ ਵਕੀਲ ਇਹਨਾਂ ਮਸਲਿਆਂ 'ਚ ਹੱਥ ਖੜੇ ਕਰਕੇ। ਸਵਾਲ ਇਹੀ ਪੈਦਾ ਹੁੰਦਾ ਹੈ ਕਿ ਚਲੋ ਤੁਸੀਂ ਹੁਣ ਇੱਕ ਵਾਰੀ ਜ਼ਮਾਨਤ ਕਰਾ ਦਿੱਤੀ, ਪਰ ਬਾਅਦ ਚੋਂ ਕੇਸ ਵੀ ਚੱਲੇਗਾ ਕਿ ਹਰ ਵਾਰੀ ਤੁਹਾਡਾ ਜਿਹੜੇ ਵਕੀਲ ਤੁਸੀਂ ਫ੍ਰੀ ਆਫ ਕਾਸਟ ਉਹਨਾਂ ਨੂੰ ਜ਼ਮਾਨਤਾਂ ਕਰਾਈਆਂ ਨੇ, ਹਰੇਕ ਹੀਅਰਿੰਗ ਤੇ ਤੁਹਾਡੇ ਵਕੀਲ ਜਿਹੜੇ ਕੋਈ ਉਹਨਾਂ ਤੋਂ ਪੈਸਾ ਨਹੀਂ ਲੈਣਗੇ, ਕੋਈ ਉਹਨਾਂ ਦੀ ਹਰਾਸਮੈਂਟ ਨਹੀਂ ਹੋਏਗੀ। ਅਸੀਂ ਕੋਈ ਪਹਿਲੀ ਵੀ ਤਾਂ ਅਸੀਂ ਲੜਾਈ ਲੜ ਨਹੀਂ ਰਹੇ। 35 ਸਾਲ ਤੱਕ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੇਸ ਲੜੇ ਆ। 1984 ਦੇ ਜਦੋਂ ਦੇ ਅਸੀਂ ਆਏ ਇਸ ਕਮੇਟੀ ਅੰਦਰ, ਕਮਲਨਾਥ ਹੋਵੇ, ਸੱਜਣ ਕੁਮਾਰ ਹੋਵੇ, ਟਾਈਟਲਰ ਹੋਵੇ, ਉਹਨਾਂ ਦੇ ਖਿਲਾਫ ਲੜਾਈ ਲੜਨ। ਮੈਨੂੰ ਪਤਾ, ਮਾਫ ਕਰਨਾ, ਕਿ ਮੈਂ ਆਪਣੇ ਸੰਯਮ ਨੂੰ ਕਿਵੇਂ ਕੰਟਰੋਲ ਕੀਤਾ। ਜਦੋਂ ਮੈਂ ਟੀਵੀ ਤੇ ਦੇਖ ਰਿਹਾ ਹੁੰਦਾ ਕਿ ਕਿਸ ਤਰ੍ਹਾਂ ਦੀ ਬਕਵਾਸਬਾਜ਼ੀ ਕੀਤੀ ਜਾ ਰਹੀ ਆ, ਬਹੁਤ ਗੁੱਸਾ ਚੜ ਰਿਹਾ ਹੁੰਦਾ ਹੈ, ਮਤਲਬ ਦਿਲ ਤੇ ਕਰ ਰਿਹਾ ਟੀਵੀ ਬੰਦ ਦਈਏ। ਉਹ ਕਿਉਂ ਕਰ ਰਿਹਾ ਹੁੰਦਾ? ਕਿਉਂਕਿ ਅੰਦਰੋਂ ਕਿਸਾਨੀ ਆ, ਅੰਦਰੋਂ ਸਿੱਖੀ ਆਵਾਜ਼ ਮਾਰ ਰਹੀ ਹੁੰਦੀ। ਅਕਾਲੀ ਦਲ ਦੀ ਜਿਹੜੀ ਛਵੀ ਖਰਾਬ ਹੋਈ ਹੈ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ, ਉਹਦਾ ਤੁਸੀਂ ਜ਼ਰੀਆ ਹੋ, ਤੁਹਾਡੇ ਜ਼ਰੀਏ ਅਕਾਲੀ ਦਲ ਦਾ ਜਿਹੜਾ ਰਿਵਾਈਵਲ ਹੋ ਰਿਹਾ। ਮੈਂ ਉਹ ਕੰਮ ਕਰ ਰਿਹਾ ਜਿਹੜਾ ਕਿ ਮੇਰਾ ਫਰਜ਼ ਬਣਦਾ ਹੈ, ਮੇਰੀ ਕਮਿਊਨਿਟੀ ਨਾਲ, ਮੇਰੀ ਕੌਮ ਨਾਲ ਖੜੇ ਹੋਣਾ। ਮੈਂ ਟੀਵੀ ਚੈਨਲਾਂ ਤੇ ਗਿਆ, ਮੈਨੂੰ टीवियाँ ਤੇ ਕਿਹਾ ਗਿਆ ਕਿ ਤੁਸੀਂ आप तो उन गद्दारों का साथ दे रहे हो। एक ने ये भी किया कि देश तोड़ने वालों का साथ दे रहे हो और आप उनको आज कंबल दे के आ रहे हो। मैं क्या, नहीं, कंबल दे के नहीं, गर्म कपड़े भी दे के आ रहे हैं और वकील भी देंगे, वो हमारे अपने हैं। हम गद्दार कहला के मरने से अच्छा है, कभी ज़िंदगी में ऐसी कभी मौत नहीं मरना चाहेंगे कि हम गद्दार कौम के खिलाएं। हम गद्दार नहीं कहला सकते, मर जाएंगे। कई आगुओं ने हुणे कहना शुरू कर दिता है कि संयुक्त किसान मोर्चा जमानत करा रहा, ਤਾਂ ਉੱਥੇ ਤਿਹਾੜ ਜੇਲ੍ਹ ਕੋਈ ਵੀ ਜਾਂਦਾ ਹੈ, ਸਰੋਪਾ ਪਾ ਕੇ ਚੜ੍ਹਦੀ ਕਲਾ ਦੇ ਜਕਾਰੇ ਲਾ ਕੇ ਸਾਰਾ ਕ੍ਰੈਡਿਟ ਜ਼ਮਾਨਤਾਂ ਦਾ ਉਹ ਲੈ ਕੇ ਵਾਪਸ ਆ ਜਾਂਦਾ ਹੈ। ਨਹੀਂ, ਮੇਰੀ ਜਾਣਕਾਰੀ 'ਚ ਨਹੀਂ ਕਿ ਕਿਸੇ ਨੇ ਜ਼ਮਾਨਤ ਹੋਰ ਕਰਾਈ ਹੋਵੇ ਅੱਜ ਤੱਕ। ਇਹ ਦੇਖੋ, ਮੇਰੇ ਜਰੀਏ ਕੌਣ ਕ੍ਰੈਡਿਟ ਲੈ ਰਿਹਾ? ਮੈਂ ਤਾਂ ਕਦੀ ਕਿਸੇ ਦੇ ਘਰ ਟਰੇਚ ਪਾ ਕੇ ਕ੍ਰੈਡਿਟ ਦੇਣ ਗਿਆ ਨਹੀਂ, ਨਾ ਹੀ ਮੈਂ ਆਪ ਲੈਣ ਗਿਆ ਕ੍ਰੈਡਿਟ। ਕਿ ਸਾਰਾ ਕੁਝ ਅਸੀਂ ਕਰ ਰਹੇ ਹਾਂ, ਸੰਯੁਕਤ ਕਿਸਾਨ ਮੋਰਚਾ ਕਰ ਰਿਹਾ ਤੇ ਕ੍ਰੈਡਿਟ ਉੱਥੋਂ ਕੋਈ ਵੀ ਲੱਲੀ ਛੱਲੀ ਲੈ ਕੇ ਜਾ ਰਿਹਾ। ਆਈ ਡੋਂਟ ਨੋ ਹੂ ਇਜ਼ ਦੈਟ ਲੱਲੀ ਛੱਲੀ, ਮੈਨੂੰ ਉਹਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈਗੀ, ਪਰ ਮੈਂ ਤੁਹਾਨੂੰ ਦੱਸਿਆ ਕਿ ਜਿੰਨੀਆਂ ਵੀ ਜ਼ਮਾਨਤਾਂ ਹੁਣ ਤਾਈਂ ਕਰਾਈਆਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ। ਜਦੋਂ ਸ਼ੁਰੂਆਤ ਹੋਈ ਸੀ ਕਿਸਾਨ ਅੰਦੋਲਨ ਦੀ, ਸ਼ੁਰੂ ਜਦੋਂ ਤੁਸੀਂ ਉੱਥੇ ਜਾਣਾ ਸ਼ੁਰੂ ਕੀਤਾ ਸੀਗਾ, ਤੁਹਾਡਾ ਵਿਰੋਧ ਹੋਇਆ ਸੀਗਾ ਉੱਥੇ। ਮੈਨੂੰ ਕਿਸ ਨੇ ਕਿਹਾ, ਜੋ ਨਾਅਰੇ ਲਾ ਰਹੇ ਸੀ ਕਿ ਅਸੀਂ ਅਕਾਲੀ ਦਲ ਦਾ ਲੰਗਰ, ਤੇ ਮੈਂ ਉਹਨੂੰ ਕਿਹਾ ਕਿ ਯਾਰ ਦੇਖੋ, ਇਸ ਤਰ੍ਹਾਂ ਆਪਾਂ ਗੁਰੂ ਘਰ ਦੇ ਲੰਗਰ ਨਾ ਮੇਰਾ ਹੈ ਨਾ ਕਿਸੇ ਹੋਰ ਦਾ ਹੈ, ਇਹ ਗੁਰੂ ਦਾ ਲੰਗਰ, ਅਸੀਂ ਸੇਵਾਦਾਰ ਹਾਂ। ਪਰ ਮੈਨੂੰ ਮੇਰੇ ਸਾਹਮਣੇ ਬੈਠ ਕੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਪਰ ਵੱਡੇ ਬਾਦਲ ਸਾਹਿਬ ਦੀ ਗੱਲ ਕਰੀਏ ਤਾਂ ਉਹ ਇਸ ਅੰਦੋਲਨ ਦੇ ਦੌਰਾਨ ਕਾਫੀ ਸ਼ਾਂਤ ਰਹੇ ਨੇ, ਕੋਈ ਉਹਨਾਂ ਦਾ ਬਿਆਨ ਨਹੀਂ ਸੁਣਨ ਨੂੰ ਮਿਲਿਆ। ਕਿਉਂ ਸ਼ਾਂਤ ਨੇ ਵੱਡੇ ਬਾਦਲ ਸਾਹਿਬ? ਹੁਣ ਇਹ ਦੇਖੋ, ਇਹ ਤਾਂ ਗੱਲ ਉਹੀ ਕਰ ਸਕਦੇ ਨੇ, ਕਿਉਂਕਿ ਉਹ ਤੇ ਮੈਂ ਦੇਖ ਰਿਹਾ ਕਿ ਕਾਫੀ ਪਿਛਲੇ 2-3 ਸਾਲਾਂ ਤੋਂ ਹੀ, ਜਦੋਂ ਤੋਂ ਹੀ ਸਰਕਾਰ ਤੋਂ ਬਾਹਰ ਹੋਏ ਨੇ, ਉਸ ਤੋਂ ਬਾਅਦ ਉਹਨਾਂ ਦਾ ਤਾਂ ਆਪਣਾ ਰਿਲੈਕਸ ਮੂਡ 'ਚ ਮੈਂ ਦੇਖਿਆ ਜ਼ਿਆਦਾਤਰ, ਕਿਉਂਕਿ ਇੱਕ ਏਜ ਵੀ ਹੈਗੀ ਆ, ਸਿਹਤ ਦਾ ਵੀ ਅਸਰ। ਮੋਦੀ ਸਾਹਿਬ ਤਾਂ ਬਹੁਤ ਇੱਜ਼ਤ ਕਰਦੇ ਸੀਗੇ ਵੱਡੇ ਬਾਦਲ ਸਾਹਿਬ ਦੀ, ਹੁਣ ਵੀ ਕਰਦੇ ਹੋਣਗੇ, ਪੈਰੀ ਹੱਥ ਲਾਉਂਦੇ ਸੀ ਵੱਡੇ ਬਾਦਲ ਸਾਹਿਬ। ਇੱਕ ਫੋਨ ਕਰਕੇ ਉਹਨਾਂ ਨੂੰ ਕਹਿ ਨਹੀਂ ਸਕਦੇ ਸੀ ਕਿ ਤੁਸੀਂ ਸਾਡੇ ਕਿਸਾਨਾਂ ਦੀ ਵੀ ਗੱਲ ਸੁਣੋ। ਅਕਾਲੀ ਦਲ ਕਿਉਂਕਿ ਇਹ ਭਾਵਨਾ ਪੰਜਾਬ ਦੀ ਔਰ ਕਿਸਾਨੀ ਦੀ ਸਮਝਦੀ ਆ, ਔਰ ਬੀਜੇਪੀ ਨੂੰ ਅਕਾਲੀ ਦਲ ਦੀ ਗੱਲ ਮੰਨਣੀ ਚਾਹੀਦੀ ਸੀ। ਜਦੋਂ ਨਹੀਂ ਮੰਨੀ ਤੇ ਇੱਕ ਗੱਲ ਸਮਝ ਆ ਗਿਆ ਕਿ ਇਹ ਰਿਸ਼ਤਾ ਹੁਣ ਕਾਇਮ ਰਹਿ ਹੀ ਨਹੀਂ ਸਕਦਾ। ਔਰ ਬੀਜੇਪੀ ਕਿਉਂਕਿ ਅਸੀਂ ਪੰਜਾਬ ਔਰ ਪੰਜਾਬੀ ਨੂੰ ਰਿਪਰੈਜ਼ੈਂਟ ਕਰਦੇ ਸੀ ਤੇ ਸਾਡਾ ਸਹਿਯੋਗੀ ਸੀਗਾ ਤਾਂ ਕਿ ਦੇਸ਼ ਦੇ ਅੰਦਰ ਇੱਕ ਅੱਛਾ ਮਾਹੌਲ ਬਣਾ ਕੇ ਰੱਖਿਆ ਜਾਵੇ। ਜਦੋਂ ਪੰਜਾਬ ਔਰ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਦੀ ਗੱਲ ਮੰਨਣ ਤੋਂ ਹੀ ਮਨਾ ਕਰ ਦਿੱਤਾ ਤੇ ਬੜਾ ਸਪਸ਼ਟ ਹੋ ਗਿਆ ਕਿ ਹੁਣ ਉਹਨਾਂ ਨੂੰ ਇਸ ਪੰਜਾਬ ਔਰ ਪੰਜਾਬੀਅਤ ਦੀ ਲੋੜ ਨਹੀਂ ਰਹੀ ਤੇ ਇਸ ਕਰਕੇ ਰਿਸ਼ਤੇ ਦੀ ਲੋੜ ਦੀ ਅਹਿਮੀਅਤ ਹੀ ਖਤਮ ਹੋ ਜਾਂਦੀ। ਸਤਿ ਸ਼੍ਰੀ ਅਕਾਲ, ਤੁਸੀਂ ਤੇ ਮੈਂ ਹਾਂ ਸਨਮਜੀਤ ਸਿੰਘ ਪੱਲਾ। ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। 90 ਦਿਨ ਕਿਸਾਨ ਅੰਦੋਲਨ ਨੂੰ ਹੋ ਗਏ ਨੇ। ਕਿਸਾਨੀ ਜਥੇਬੰਦੀਆਂ ਵਾਲੇ ਵੱਖ-ਵੱਖ ਆਪਣੇ ਪ੍ਰੋਗਰਾਮ ਦੇ ਰਹੇ ਨੇ ਤਾਂ ਕਿ ਜਿਹੜਾ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇ। 26 ਤਰੀਕ ਦੀ ਜੋ ਘਟਨਾ ਵਾਪਰੀ ਸੀ, ਉਸ ਤੋਂ ਬਾਅਦ ਕਈ ਜਿਹੜੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਪੁਲਿਸ ਨੇ ਬੰਦ ਕਰ ਦਿੱਤਾ ਸੀ, ਤਾਂ ਲਗਾਤਾਰ ਰੋਜ਼ ਕੁਛ ਕਰਕੇ ਨੌਜਵਾਨਾਂ ਦੀ ਜਿਹੜੀ ਹੈ ਰਿਹਾਈ ਵੀ ਹੋ ਰਹੀ ਹੈ। ਔਰ ਇਹ ਰਿਹਾਈ ਮਨਜਿੰਦਰ ਸਿੰਘ ਸਿਰਸਾ ਰੋਜ਼ ਤਿਹਾੜ ਜੇਲ੍ਹ ਦੇ ਬਾਹਰ ਜਾਂਦੇ ਨੇ, ਨੌਜਵਾਨ ਬਾਹਰ ਆਉਂਦੇ ਨੇ, ਸਿਰਸਾ ਸਾਹਿਬ ਸਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਤੇ ਉਸ ਤੋਂ ਬਾਅਦ ਅਗਲੇ ਦਿਨ ਹੋਰ ਮੁੰਡਿਆਂ ਦੀ ਰਿਹਾਈ ਹੁੰਦੀ ਹੈ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮਨਜਿੰਦਰ ਸਿੰਘ ਸਿਰਸਾ ਜੀ ਮੌਜੂਦ ਨੇ, ਗੱਲਬਾਤ ਕਰਾਂਗੇ ਇਹਨਾਂ ਨਾਲ। ਸਿਰਸਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਸਿਹਤਾਂ ਠੀਕ ਨੇ?
ਚੜ੍ਹਦੀ ਕਲਾ 'ਚ ਜੀ। ਸਿਰਸਾ ਸਾਹਿਬ, ਰੋਜ਼ ਰਿਹਾਈਆਂ ਹੁੰਦੀਆਂ ਨੇ, ਤੁਸੀਂ ਜਾਣਦੇ ਹੋ, ਚੜ੍ਹਦੀ ਕਲਾ ਦੇ ਜਕਾਰੇ ਲਾਉਂਦੇ ਹੋ, ਵਾਪਸ ਆ ਜਾਂਦੇ ਹੋ। ਕਿੰਨੇ ਰਿਹਾਈਆਂ ਹੋ ਚੁੱਕੀਆਂ ਨੇ ਹੁਣ ਤੱਕ? ਦੇਖੋ ਹੁਣ ਤੱਕ ਲਗਭਗ 44 ਲੋਕਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਨੇ, ਔਰ ਕੱਲ੍ਹ ਵੀ 10 ਲੋਕਾਂ ਦੀ 11 ਲੋਕਾਂ ਦੀ ਜ਼ਮਾਨਤਾਂ ਲੱਗੀਆਂ ਹੋਈਆਂ ਨੇ। ਅੱਜ ਰਾਤ ਨੂੰ ਵੀ 2 ਲੋਕ ਹੁਣੇ ਅਜੇ ਰਿਹਾ ਹੋਣਗੇ। ਸਾਨੂੰ ਉਮੀਦ ਆ ਕਿ ਇਸ ਹਫਤੇ ਦੇ ਐਂਡ ਤੱਕ 90% ਲੋਕਾਂ ਦੀ ਰਿਹਾਈ ਹੋ ਜੂਗੀ, ਔਰ ਨੈਕਸਟ ਵੀਕ ਤੱਕ ਜਿਹੜੇ ਲੋਕ 30 ਤੱਕ ਅਰੈਸਟ ਕੀਤੇ ਗਏ ਸੀ ਉਹਨਾਂ ਚੋਂ ਲਗਭਗ ਸਭ ਦੀ ਰਿਹਾਈ ਹੋ ਜੂਗੀ। ਔਰ ਉਸ ਤੋਂ ਬਾਅਦ ਵੀ ਹੁਣ ਪੁਲਿਸ ਨੇ ਅਰੈਸਟ ਕੀਤੇ ਨੇ, ਉਹ ਅਜੇ ਕੇਸਿਸ ਵੱਖਰੇ ਨੇ, 5-7 ਜਿਹੜੇ ਲੋਕ ਹੁਣ ਲੇਟੈਸਟ ਨੇ, ਲੇਕਿਨ ਪੁਰਾਣੇ ਜਿੰਨੇ ਸਾਰੇ ਕੇਸਿਸ ਨੇ ਉਹ ਆਲਮੋਸਟ ਮੈਨੂੰ ਉਮੀਦ ਆ ਕਿ ਅਗਲੇ ਹਫਤੇ ਤੱਕ। ਕੁੱਲ ਕਿੰਨੇ ਕੁ ਮੁੰਡੇ ਗ੍ਰਿਫਤਾਰ ਕੀਤੇ ਸੀ ਪੁਲਿਸ ਨੇ? ਦੇਖੋ 122 ਲੋਕ ਪਹਿਲਾਂ ਰਿਹਾ ਕੀਤੇ ਸੀ, ਸੌਰੀ ਮਾਫ ਕਰਨਾ, ਅਰੈਸਟ ਕੀਤੇ ਸੀ। ਉਸ ਤੋਂ ਬਾਅਦ 5 ਲੜਕੇ 6 ਲੜਕੇ ਦਿੱਲੀ ਤੋਂ ਇਹਨਾਂ ਨੇ ਅਰੈਸਟ ਕੀਤੇ ਸੀ। ਹੁਣ ਇਹਨਾਂ ਨੇ ਅਲੱਗ-ਅਲੱਗ ਜਗ੍ਹਾ ਤੋਂ ਅਰੈਸਟ ਕਰਨੇ ਸ਼ੁਰੂ ਕੀਤੇ। 2 ਲੜਕੇ ਹੋਰ ਪਰਸੋਂ ਜਿਹੜੇ ਰੋਹਿਣੀ ਤੋਂ ਅਰੈਸਟ ਕੀਤੇ ਨੇ। 2 ਲੋਕ ਲੈ ਕੇ ਆਏ ਨੇ ਅੱਜ ਜੰਮੂ ਤੋਂ, ਲੈ ਕੇ ਕੱਲ੍ਹ ਰਾਤ ਨੂੰ ਜੰਮੂ ਤੋਂ ਲੈ ਕੇ ਆਏ ਨੇ। ਇਸ ਤਰ੍ਹਾਂ ਅਲੱਗ-ਅਲੱਗ ਕਰਕੇ ਤਕਰੀਬਨ 14 ਲੋਕ ਹੋਰ ਅਰੈਸਟ ਕਰ ਚੁੱਕੇ ਹੁਣ ਤੱਕ। ਤੇ ਕਰਾ ਕੌਣ ਰਿਹਾ ਇਹਨਾਂ ਦੀਆਂ ਜ਼ਮਾਨਤਾਂ? ਪਰਚੇ ਦਰਜ ਹੋ ਰਹੇ ਨੇ, ਜ਼ਮਾਨਤਾਂ ਕੌਣ ਕਰਾ ਰਿਹਾ? ਕਿਵੇਂ ਹੋ ਰਹੀਆਂ ਇਹਨਾਂ ਦੀਆਂ ਜ਼ਮਾਨਤਾਂ? ਦੇਖੋ ਹੁਣ ਤੱਕ ਜਿਹੜੀਆਂ ਜ਼ਮਾਨਤਾਂ ਹੋਈਆਂ ਨੇ, ਅਗਰ ਮੈਂ 4 ਲੋਕਾਂ ਨੂੰ ਛੱਡ ਦਿਆਂ ਤੇ ਬਾਕੀ ਸਭ ਦੀਆਂ ਜ਼ਮਾਨਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਰਾਈਆਂ ਨੇ, ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹਦੀ ਵੀ ਜ਼ਮਾਨਤ ਅਸੀਂ ਲਾਈ ਆ ਕੋਈ ਕਿਸੇ ਜ਼ਮਾਨਤ ਰਿਜੈਕਟ ਨਹੀਂ ਹੋਈ। 2 ਲੋਕਾਂ ਨੇ ਇੰਡੀਵਿਜੂਅਲ ਤੌਰ ਤੇ ਆਪਣੇ ਵਕੀਲ ਖੜੇ ਕੀਤੇ ਸੀਗੇ, ਔਰ 2 ਲੋਕ ਜਿਹੜੇ ਸੀਗੇ ਉਹ ਪਹਿਲਾਂ ਸਾਡੇ ਇੱਕ ਹੋਰ ਭੁੱਲਰ ਸਾਹਿਬ ਐਡਵੋਕੇਟ ਨੇ, ਉਹਨਾਂ ਦਾ ਸਹਿਯੋਗ ਕੋਈ ਹੋਰ ਐਡਵੋਕੇਟ ਕਰ ਰਹੇ ਸੀ। ਭੁੱਲਰ ਸਾਹਿਬ ਸਾਡੇ ਵੱਲੋਂ ਸੀਗੇ। ਸੋ ਉਹਦੇ ਇਲਾਵਾ ਅੱਜ ਤੱਕ ਕੋਈ ਵੀ ਐਸੀ ਬੇਲ ਨਹੀਂ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਲਾਵਾ ਕਿਸੇ ਨੇ ਕਰਾਈ। ਦਿੱਲੀ ਦੇ ਅੰਦਰ ਕਿਉਂਕਿ ਇਹ ਘਟਨਾ ਘਟੀ ਆ, ਔਰ ਦਿੱਲੀ ਦੇ ਅੰਦਰ ਸਭ ਤੇ ਕੇਸ ਚੱਲਦੇ ਪਏ ਆ, ਤੇ ਸੁਭਾਵਿਕ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜ਼ਿੰਮੇਵਾਰੀ, ਔਰ ਅਸੀਂ ਉਹ ਜ਼ਿੰਮੇਵਾਰੀ ਨਿਭਾ ਰਹੇ ਹਾਂ। ਕਈ ਆਗੂਆਂ ਨੇ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਜ਼ਮਾਨਤ ਕਰਾ ਰਿਹਾ, ਤਾਂ ਉੱਥੇ ਤਿਹਾੜ ਜੇਲ੍ਹ ਕੋਈ ਵੀ ਜਾਂਦਾ ਹੈ, ਸਰੋਪਾ ਪਾ ਕੇ ਚੜ੍ਹਦੀ ਕਲਾ ਦੇ ਜਕਾਰੇ ਲਾ ਕੇ ਸਾਰਾ ਕ੍ਰੈਡਿਟ ਜ਼ਮਾਨਤਾਂ ਦਾ ਉਹ ਲੈ ਕੇ ਵਾਪਸ ਆ ਜਾਂਦਾ ਵੀ ਜ਼ਮਾਨਤਾਂ ਅਸੀਂ ਕਰਾ ਰਹੇ ਹਾਂ, ਕ੍ਰੈਡਿਟ ਕੋਈ ਹੋਰ ਲੈ ਰਿਹਾ। ਨਹੀਂ, ਮੇਰੀ ਜਾਣਕਾਰੀ 'ਚ ਨਹੀਂ ਕਿ ਕਿਸੇ ਨੇ ਜ਼ਮਾਨਤ ਤੌਰ ਕਰਾਈ ਹੋਵੇ ਅੱਜ ਤੱਕ। ਜੇ ਕਿਸੇ ਨੇ ਸੰਯੁਕਤ ਮੋਰਚਾ ਵੀ ਕਹਿੰਦੇ ਸਾਰੀਆਂ ਜ਼ਮਾਨਤਾਂ ਸੰਯੁਕਤ ਕਿਸਾਨ ਮੋਰਚਾ ਕਰਾ ਰਿਹਾ ਤੇ ਉਹਦਾ ਕ੍ਰੈਡਿਟ ਅਕਾਲੀ ਦਲ ਲੈ ਰਿਹਾ, ਮਤਲਬ ਤੁਹਾਡੇ ਜ਼ਰੀਏ ਕ੍ਰੈਡਿਟ ਅਕਾਲੀ ਦਲ ਨੂੰ ਜਾ ਰਿਹਾ। ਨਹੀਂ ਦੇਖੋ, ਮੇਰੇ ਜ਼ਰੀਏ ਕੌਣ ਕ੍ਰੈਡਿਟ ਲੈ ਰਿਹਾ? ਮੈਂ ਤਾਂ ਕਦੀ ਕਿਸੇ ਦੇ ਘਰ ਟਰੇਚ ਪਾ ਕੇ ਕ੍ਰੈਡਿਟ ਦੇਣ ਗਿਆ ਨਹੀਂ, ਨਾ ਹੀ ਮੈਂ ਆਪ ਲੈਣ ਗਿਆ ਕ੍ਰੈਡਿਟ। ਮੈਂ ਤੁਹਾਨੂੰ ਪਹਿਲਾਂ ਤੁਹਾਡੀ ਗੱਲ ਕਹੀ ਸੀ ਕਿ ਸਾਡਾ ਫਰਜ਼ ਬਣਦਾ, ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਅਸੀਂ 1984 ਦੀ ਭਾਵੇਂ ਲੜਾਈ ਹੋਵੇ, ਭਾਵੇਂ ਦਿੱਲੀ ਅੰਦਰ ਦੇਸ਼ ਅੰਦਰ ਕਿਤੇ ਵੀ ਸਿੱਖੀ ਦੀ ਗੱਲ ਆ ਵੀ ਅਸੀਂ ਉਹਨੂੰ ਡਟ ਕੇ ਪਹਿਰਾ ਦਿੰਦੇ ਹਾਂ। ਸੰਯੁਕਤ ਕਿਸਾਨ ਮੋਰਚਾ ਜ਼ਰੂਰ ਸਾਡੇ ਨਾਲ ਸੰਪਰਕ 'ਚ ਰਹਿੰਦਾ ਹੈ। 100% ਵਕੀਲ ਜਿਹੜੇ ਆ ਉਹ ਅਸੀਂ ਦਿੱਤੇ ਆ। ਸੰਯੁਕਤ ਕਿਸਾਨ ਮੋਰਚੇ ਨੇ ਵੀ ਕਦੀ ਅੱਜ ਤੱਕ ਐਸੀ ਗੱਲ ਨਹੀਂ ਸਾਨੂੰ ਕਹੀ ਕਿ ਵੱਖਰਾ ਵਕੀਲ ਲਿਆਉਣਾ ਚਾਹੁੰਦੇ ਨੇ ਜਾਂ ਕੋਈ ਲਿਆਉਣਾ ਚਾਹੁੰਦੇ ਨੇ, ਨਾ ਹੀ ਅਸੀਂ ਕੋਈ ਫੀਸ ਕਿਸੇ ਵਕੀਲ ਨੇ ਲਈ ਆ। ਪਰ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਸਾਰੀ ਵਕੀਲਾਂ ਦੀ ਟੀਮ ਅਸੀਂ ਕੀਤੀ, ਸਾਰਾ ਪੇਪਰ ਵਰਕ ਅਸੀਂ ਕੀਤਾ, ਸਾਰੀ ਡਿਟੇਲਾਂ ਅਸੀਂ ਇਕੱਠੀਆਂ ਕੀਤੀਆਂ। ਮੈਨੂੰ ਲਿਆ ਕੇ ਦੇ ਦੇਣ। ਪਰ ਕਿੰਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਮੈਨੂੰ ਤਾਂ ਅੱਜ ਇਸ ਸਟੇਜ ਤੋਂ ਕਿਸੇ ਆਗੂ ਨੇ ਬਿਆਨ ਦਿੱਤਾ ਕਿ ਸਾਰਾ ਕੁਝ ਅਸੀਂ ਕਰ ਰਹੇ ਹਾਂ, ਸੰਯੁਕਤ ਕਿਸਾਨ ਮੋਰਚਾ ਕਰ ਰਿਹਾ ਤੇ ਕ੍ਰੈਡਿਟ ਉੱਥੋਂ ਕੋਈ ਵੀ ਲੱਲੀ ਛੱਲੀ ਲੈ ਕੇ ਜਾ ਰਿਹਾ। ਆਈ ਡੋਂਟ ਨੋ ਹੂ ਇਜ਼ ਦੈਟ ਲੱਲੀ ਛੱਲੀ, ਮੈਨੂੰ ਉਹਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈਗੀ। ਪਰ ਮੈਂ ਤੁਹਾਨੂੰ ਦੱਸਿਆ ਕਿ ਜਿੰਨੀਆਂ ਵੀ ਜ਼ਮਾਨਤਾਂ ਹੁਣ ਤਾਈਂ ਕਰਾਈਆਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ। ਕੱਲ ਵੀ ਸਿਰਸਾ ਸਾਹਿਬ ਕੁਝ ਨੌਜਵਾਨਾਂ ਦੀ ਜਦੋਂ ਰਿਹਾਈ ਹੋਈ ਸੀ, ਤੁਸੀਂ ਵੀ ਉੱਥੇ ਸੀਗੇ ਤੇ ਅਸੀਂ ਵੀ ਉੱਥੇ ਸੀ, ਤਾਂ 2 ਸਾਨੂੰ ਮਾਪੇ ਅਜਿਹੇ ਮਿਲੇ, ਉਹ ਵੀ ਕਹਿ ਰਹੇ ਸੀ ਕਿ ਅਸੀਂ ਆਪਣੇ ਤੌਰ ਤੇ ਵਕੀਲ ਕੀਤਾ, ਸਿਰਸਾ ਸਾਹਿਬ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਨਹੀਂ, 2 ਲੋਕਾਂ ਨੇ ਆਪਣੇ, ਮੈਂ ਤਾਂ ਪਹਿਲਾਂ ਹੀ ਕਹਿੰਦੇ ਨੇ ਆਪਣੇ ਮਾਂ-ਬਾਪ ਨੇ, ਜੇ ਕੋਈ ਆਪਣੇ ਵਕੀਲ ਖੜਾ ਕਰੂ ਮੈਂ ਉਹਨੂੰ ਧੱਕੇ ਨਾਲ ਤੇ ਜ਼ਬਰਦਸਤੀ ਤੇ ਦੇ ਨਹੀਂ ਸਕਦਾ। ਉਹਨਾਂ ਨੇ ਦਿੱਲੀ ਦੇ ਲੋਕ ਸੀਗੇ 2 ਜਿਨ੍ਹਾਂ ਨੇ ਆਪਣੇ ਵਕੀਲ ਖੁਦ ਖੜੇ ਕੀਤੇ। ਬਾਕੀ ਮੇਰੀ ਜਾਣਕਾਰੀ ਅੰਦਰ ਅਜੇ ਤੱਕ ਕੋਈ ਐਸਾ ਨਹੀਂ ਹੈਗਾ ਜਿਸ ਦੀ ਜ਼ਮਾਨਤ ਸਾਡੇ ਇਲਾਵਾ ਕਿਸੇ ਨੇ ਕਰਾਈ ਹੋਵੇ। ਇੱਕ ਗੱਲ। ਦੂਜੀ ਗੱਲ, ਮੈਂ ਕੋਈ ਇਹਨੂੰ ਆਸਾਨ ਨਹੀਂ ਕਰਦਾ, ਔਰ ਮੈਂ ਕੋਈ ਇਸ ਦੇ ਅੰਦਰ ਕੋਈ ਕ੍ਰੈਡਿਟ ਨਹੀਂ ਕਹਿੰਦਾ। ਪਹਿਲੀ ਗੱਲ ਆ, ਮੈਂ ਤਾਂ ਬਾਰ-ਬਾਰ ਗੱਲ ਕਹਿ ਰਿਹਾ ਕਿ ਦਿੱਲੀ ਕਮੇਟੀ ਦਾ ਫਰਜ਼ ਹੀ ਬਣਦਾ ਹੈ। ਪਰ ਜ਼ਰੂਰ ਇਹ ਗੱਲ ਆ ਕਿਉਂਕਿ ਮੇਰੇ ਸ਼ੁਰੂ ਤੋਂ ਇਹ ਮੇਰੀ ਬਾਈ ਨੇਚਰ ਆ, ਮੇਰਾ ਪੈਸ਼ਨ ਆ ਆਪਣੀ ਕਮਿਊਨਿਟੀ ਦੀ ਸਰਵਿਸ ਕਰਨਾ, ਔਰ ਮੈਂ ਹਮੇਸ਼ਾ ਹਰ ਲੜਾਈ ਨੂੰ ਅੱਗੇ ਵੱਧ ਕੇ ਲੜਦਾ ਹੈ। ਜਦੋਂ ਮੇਰੀ ਗੱਲ ਸੁਣੋ, ਮੈਨੂੰ ਨਹੀਂ ਪਤਾ ਕਿ ਕੱਲ ਤੁਸੀਂ ਕਿੰਨੇ ਗੱਲ ਕਿਹਨਾਂ ਦੇ ਮਾਪੇ ਸੀ, ਕਿੰਨਾਂ ਦੇ ਸੀ ਜਿਨ੍ਹਾਂ ਨੇ ਕਿਹਾ ਕਿ ਸਾਡੀ ਸਿਰਸੇ ਨੇ ਨਹੀਂ ਸਾਡੀ ਕੋਈ ਇਮਦਾਦ ਨਹੀਂ ਕੀਤੀ। ਮੈਨੂੰ ਨਹੀਂ ਧਿਆਨ 'ਚ ਕਿ ਦਿੱਲੀ ਦਾ ਕੋਈ ਐਸਾ ਕੇਸ ਹੋਵੇ ਜਾਂ ਦਿੱਲੀ ਦੇ ਅੰਦਰ, ਮਤਲਬ ਦਿੱਲੀ ਦਾ ਰਹਿਣ ਨਹੀਂ, ਦਿੱਲੀ ਦੇ ਅੰਦਰ ਜਿਹੜੇ ਕੇਸ ਹੋਏ ਨੇ, ਕਿ ਕੋਈ ਵੀ ਐਸਾ ਆਦਮੀ ਹੋਵੇ ਜਿਹਦੀ ਅਸੀਂ ਹੁਣ ਤੱਕ ਇਮਦਾਦ ਨਾ ਕੀਤੀ ਹੋਵੇ ਜਾਂ ਉਹਦੇ ਤੱਕ ਨਾ ਪਹੁੰਚ ਕੀਤੀ ਹੋਵੇ। ਚਲੋ ਆਪਾਂ ਦੂਜੀ ਗੱਲ ਤੇ ਆਈਏ, ਜਦੋਂ ਸ਼ੁਰੂਆਤ ਹੋਈ ਸੀ ਕਿਸਾਨ ਅੰਦੋਲਨ ਦੀ, ਸ਼ੁਰੂ ਜਦੋਂ ਤੁਸੀਂ ਉੱਥੇ ਜਾਣਾ ਸ਼ੁਰੂ ਕੀਤਾ ਸੀਗਾ, ਤੁਹਾਡਾ ਵਿਰੋਧ ਹੋਇਆ ਸੀਗਾ ਉੱਥੇ? ਨਹੀਂ ਦੇਖੋ, ਮੇਰਾ ਕਦੀ ਕਿਸੇ ਨੇ ਵਿਰੋਧ ਨਹੀਂ ਕੀਤਾ। ਮੈਂ ਜਦੋਂ ਇੱਕ ਦਿਨ ਲੰਗਰ ਲੈ ਕੇ ਗਿਆ ਸੀਗਾ ਟਿਕਰੀ, ਮੇਰਾ ਲੰਗਰ ਲਗਾਤਾਰ ਕੁੰਡਲੀ ਤੋਂ ਗੁਰੂ ਸਾਹਿਬ ਦੀ ਕਿਰਪਾ ਦੇ ਸਦਕੇ ਬੰਗਲਾ ਸਾਹਿਬ ਤੋਂ ਜਿਹੜਾ ਲੰਗਰ ਲੱਗੇ ਸੀ,
ਉਹ ਕੁੰਡਲੀ ਵੀ ਹਰ ਜਗ੍ਹਾ ਸੀ। ਮੈਂ ਟੀਕਰੀ ਜਦੋਂ ਇੱਕ ਦਿਨ ਗਿਆ ਤੇ ਉੱਥੇ 2-3 ਲੋਕਾਂ ਨੇ ਖੜੇ ਹੋ ਕੇ ਸਾਹਮਣੇ ਕਿਹਾ ਜੀ, ਪਹਿਲਾਂ ਕਿਸੇ ਨੇ ਸਾਹਮਣੇ ਉਹਨਾਂ ਨੇ ਕਿਹਾ ਕਿ ਲੰਗਰ ਸਾਹਮਣੇ ਨਾ ਲੈ ਕੇ ਆਓ, ਇਹ ਪੁਲਿਸ ਖੜੀ ਹੈ, ਤੁਸੀਂ ਪਿੱਛੋਂ ਆਓ। ਜਦੋਂ ਮੈਂ ਉੱਥੋਂ ਚਲੇ ਗਿਆ ਤੇ ਮੈਨੂੰ ਕਿਸੇ ਨੇ ਕਿਹਾ ਜੀ ਉਹ ਨਾਅਰੇ ਲਾ ਰਹੇ ਸੀ ਕਿ ਅਸੀਂ ਅਕਾਲੀ ਦਲ ਦਾ ਲੰਗਰ ਆ। ਤੇ ਮੈਂ ਉਹਨੂੰ ਕਿਹਾ ਕਿ ਯਾਰ ਦੇਖੋ, ਇਸ ਤਰ੍ਹਾਂ ਆਪਾਂ ਗੁਰੂ ਘਰ ਦੇ ਲੰਗਰ ਨਾ ਮੇਰਾ ਹੈ ਨਾ ਕਿਸੇ ਹੋਰ ਦਾ ਹੈ, ਇਹ ਗੁਰੂ ਦਾ ਲੰਗਰ, ਅਸੀਂ ਸੇਵਾਦਾਰ ਹਾਂ। ਪਰ ਮੈਨੂੰ ਮੇਰੇ ਸਾਹਮਣੇ ਬੈਠ ਕੇ ਕਿਸੇ ਨੇ ਕੋਈ ਗੱਲ ਨਹੀਂ ਕਹੀ। ਪਰ ਹੁਣ ਤਾਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਮੋਰਚਾ ਵੀ ਤੁਹਾਡਾ ਸਾਥ ਦੇ ਰਿਹਾ, ਵਕੀਲਾਂ ਦੀ ਟੀਮ ਤੁਸੀਂ ਵੀ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹੋ, ਹੁਣ ਜਥੇਬੰਦੀਆਂ ਤੁਹਾਡੇ ਨਾਲ ਖੜੀਆਂ ਨੇ। ਨਹੀਂ ਦੇਖੋ, ਪਹਿਲੀ ਗੱਲ ਮੈਂ ਨਹੀਂ ਸਮਝਦਾ ਕਿ ਕਿਉਂ ਕਿਸਾਨ ਮੋਰਚਾ ਵੀ ਸਾਡੇ ਚੋਂ ਹੀ ਆ। ਕਿਸਾਨ ਮੋਰਚੇ ਦੇ ਕੋਈ ਬਾਹਰੋਂ ਵਿਦੇਸ਼ਾਂ ਤੋਂ ਲੋਕ ਨਹੀਂ ਆਏ, ਅਸੀਂ ਇਕਜੁੱਟ ਹਾਂ। ਅਗਰ ਕਿਸੇ ਨੇ ਕੋਈ ਸਟੇਜ ਤੋਂ ਗੱਲ ਕਹੀ, ਮੈਂ ਉਹਨੂੰ ਮਾਈਂਡ ਵੀ ਨਹੀਂ ਕਰਦਾ, ਉਹਨੂੰ ਛੱਲੀ ਬੱਲੀ ਮੈਨੂੰ ਨਹੀਂ ਪਤਾ ਕੀ ਕਿਹਾ ਹੈ। ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਦੇਖੋ, ਕਿਸਾਨ ਮੋਰਚਾ ਵੀ ਆਖਰ ਕਿਸਾਨੀ ਦੀ ਲੋਕਾਂ ਦੀ ਗੱਲ ਕਰਦਾ ਹੈ। ਜਿੱਦਣ ਇਹ ਸਾਰੇ ਹਾਲਾਤ ਬਣ ਰਹੇ ਸੀ, ਉਦੋਂ ਸਾਰੇ ਲੋਕ ਡਰੇ ਹੋਏ ਸੀ 26 ਤਰੀਕ ਨੂੰ। ਉਦੋਂ ਕੋਈ ਖੜੇ ਹੋਣ ਨੂੰ ਵੀ ਤਿਆਰ ਨਹੀਂ ਸੀਗਾ। ਮੈਂ ਤੁਹਾਡੇ ਟੀਵੀ ਚੈਨਲ 'ਤੇ ਵੀ ਕਹਿਣਾ ਚਾਹੁੰਦਾ ਹੈ, ਮੈਂ ਨਾਮ ਲੈ ਕੇ ਕਿਸੇ ਦੀ ਗੱਲ ਨਹੀਂ ਕਰਦਾ, ਪਰ ਦਿੱਲੀ ਦੇ ਤੁਸੀਂ ਬਹੁਤ ਵੱਡੇ ਵਕੀਲਾਂ ਨੂੰ ਸਭ ਨੂੰ ਜਾਣਦੇ ਜੇ, ਜਿਨ੍ਹਾਂ ਨੂੰ ਤੁਸੀਂ ਹਰ ਮਸਲਿਆਂ 'ਚ ਅੱਗੇ ਦੇਖਿਆ ਹੋਊਗਾ। ਪਰ ਵੱਡੇ ਵੱਡੇ ਵਕੀਲ ਇਹਨਾਂ ਮਸਲਿਆਂ 'ਚ ਹੱਥ ਖੜੇ ਕਰਕੇ ਕੋਈ ਸਾਹਮਣੇ ਨਹੀਂ ਆਇਆ। ਇਹ ਕੇਸ ਲੜਨੇ ਜਿਹਨੂੰ ਸ਼ੁਰੂ ਕੀਤੇ ਨੇ, ਤਾਂ ਵੀ ਮੈਂ ਮਾफ़ ਕਰਨਾ, ਮੈਂ ਕਿਸੇ ਵੀ ਸੰਗਠਨ ਦੀ ਗੱਲ ਨਹੀਂ ਕਰਦਾ, ਲੇਕਿਨ ਕੋਈ ਵੀ ਸਾਹਮਣੇ ਨਹੀਂ ਆਇਆ ਸੀ। ਪਰ ਦਿੱਲੀ ਕਮੇਟੀ ਆਪਣਾ ਫਰਜ਼ ਸਮਝਦੀ ਹੈ, ਅਸੀਂ ਉਦੋਂ ਵੀ ਲੜਾਈ ਲੜੀ ਤੇ ਗਾਂ ਵੀ ਲੜਾਂਗੇ। ਔਰ ਅੱਜ ਕੋਈ ਇੱਕ ਦਿਨ ਦੀ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹੁੰਦਾ, ਕੋਈ ਇੱਕ ਦਿਨ ਦੀ ਲੜਾਈ ਨਹੀਂ ਹੈਗੀ, ਇਹ ਖਾਲੀ ਜ਼ਮਾਨਤ ਤੱਕ ਦੀ ਗੱਲ ਨਹੀਂ ਹੈਗੀ। ਆਖਰ ਇਹਨਾਂ ਕਿ ਸਾਨੂੰ ਅਗਲੇ 10 ਸਾਲ ਤੱਕ ਲੜਨਾ ਹੈ। ਉਹ ਕੌਣ ਨਹੀਂ, ਸਵਾਲ ਇਹੀ ਪੈਦਾ ਹੁੰਦਾ ਹੈ ਕਿ ਚਲੋ ਤੁਸੀਂ ਹੁਣ ਇੱਕ ਵਾਰੀ ਜ਼ਮਾਨਤ ਕਰਾ ਦਿੱਤੀ, ਪਰ ਬਾਅਦ ਚੋਂ ਕੇਸ ਵੀ ਚੱਲੇਗਾ ਕਿ ਹਰ ਵਾਰੀ ਤੁਹਾਡਾ ਜਿਹੜੇ ਵਕੀਲ ਤੁਸੀਂ ਫ੍ਰੀ ਆਫ ਕਾਸਟ ਉਹਨਾਂ ਨੂੰ ਜ਼ਮਾਨਤਾਂ ਕਰਾਈਆਂ ਨੇ, ਹਰੇਕ ਹੀਅਰਿੰਗ ਤੇ ਤੁਹਾਡੇ ਵਕੀਲ ਜਿਹੜੇ ਕੋਈ ਉਹਨਾਂ ਤੋਂ ਪੈਸਾ ਨਹੀਂ ਲੈਣਗੇ, ਕੋਈ ਉਹਨਾਂ ਦੀ ਹਰਾਸਮੈਂਟ ਨਹੀਂ ਹੋਏਗੀ। ਬਿਲਕੁਲ ਜੀ, ਅਸੀਂ ਸਾਡੇ ਤੋਂ ਕੋਈ ਪਹਿਲਾ ਕੰਮ ਤਾਂ ਹੈ ਨਹੀਂ, ਅਸੀਂ ਕੋਈ ਪਹਿਲੇ ਨਹੀਂ, ਅਸੀਂ ਲੜਾਈ ਲੜ ਨਹੀਂ ਰਹੇ। 35 ਸਾਲ ਤੱਕ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੇਸ ਲੜੇ ਆ। 1984 ਦੇ ਜਦੋਂ ਦੇ ਅਸੀਂ ਆਏ ਇਸ ਕਮੇਟੀ ਅੰਦਰ, ਕਮਲਨਾਥ ਹੋਵੇ, ਸੱਜਣ ਕੁਮਾਰ ਹੋਵੇ, ਟਾਈਟਲਰ ਹੋਵੇ, ਉਹਨਾਂ ਦੇ ਖਿਲਾਫ ਲੜਾਈ ਲੜਨ ਲੱਖਾਂ ਰੁਪਇਆ ਲਗਾਇਆ ਵਕੀਲਾਂ ਦੇ ਉੱਤੇ। ਜ਼ਮਾਨਤਾਂ ਹੱਲ ਹੈਗਾ ਇਹਦਾ? ਨਹੀਂ, ਜ਼ਮਾਨਤ ਇੱਕ ਟੈਂਪਰੇਰੀ ਹੱਲ ਆ ਨਾ, ਇੱਕ ਟੈਂਪਰੇਰੀ ਹੱਲ ਆ, ਲੇਕਿਨ ਉਹਦੀ ਲੜਾਈ ਲੜਨੀ ਪਊਗੀ। ਹਾਂ, ਮੈਂ ਇਹਦੇ 'ਚ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇਹਦੇ ਅੰਦਰ ਸਾਡੀ RS ਚੀਮਾ ਸਾਹਿਬ ਨੇ, ਜਿਹੜੇ ਕਿ ਪੰਜਾਬ ਦੇ ਬੜੇ ਸੀਨੀਅਰ ਐਡਵੋਕੇਟ ਨੇ। ਅਗਰ ਮੈਂ ਕਹਾਂ ਕਿ ਜੇਠਮਲਾਨੀ ਜੀ ਤੋਂ ਬਾਅਦ ਦਿੱਲੀ ਦੇ ਘੱਟੋ ਘੱਟ ਪੰਜਾਬ ਦੇ ਜੇਠਮਲਾਨੀ ਹੋਈ ਨੇ, ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ। ਸਾਡੀ ਟੀਮ ਸਪੈਸ਼ਲੀ ਉਹਨਾਂ ਨੂੰ ਇੱਥੋਂ ਮਿਲਣ ਵੀ ਗਈ ਸੀ ਚੰਡੀਗੜ੍ਹ। ਉਹਨਾਂ ਨੇ ਖੁਦ ਹਰ ਐਪਲੀਕੇਸ਼ਨ ਨੂੰ ਡਰਾਫਟ ਵੀ ਚੈੱਕ ਕਰਦੇ ਨੇ, ਔਰ ਹਰ ਜਗ੍ਹਾ ਜਿੱਥੇ ਲੋੜ ਆ ਉੱਥੇ ਆਪ ਸਹਿਯੋਗ ਦੇ ਕੇ ਕਹਿੰਦੇ ਨੇ ਵੀ ਆਹ ਕੰਮ ਕਰਨਾ ਹੈ, ਆਹ ਜ਼ਮਾਨਤ ਲਾਉਣੀ ਹੈ, ਆਹ ਜ਼ਮਾਨਤ ਨਹੀਂ ਲਾਉਣੀ। ਅਸੀਂ ਉਹਨਾਂ ਤੋਂ ਪੂਰੀ ਗਾਈਡੈਂਸ ਲੈਂਦੇ ਹਾਂ। ਬਾਕੀ ਉਹਦੇ ਇਲਾਵਾ ਸਾਨੂੰ ਕੋਈ, ਹਾਂ ਸਗੋਂ ਇਨਫੈਕਟ ਜਿਹੜੇ ਸਾਡੀਆਂ ਬਾਰ ਐਸੋਸੀਏਸ਼ਨਸ ਨੇ ਦਿੱਲੀ ਦੀਆਂ, ਉਹ 'ਚ ਬਹੁਤ ਸਾਰੇ ਐਸੇ ਨੌਨ ਸਿੱਖ ਵਕੀਲ ਨੇ, ਕਿਉਂਕਿ ਅਸੀਂ ਕਮੇਟੀ ਸਾਡੀ ਜ਼ਿਆਦਾਤਰ ਸਿੱਖਾਂ ਦੇ ਨਾਲ ਰਹਿੰਦੀ। ਉਹ ਨਸਿਆਰ ਸਾਹਿਬ ਵਰਗੇ ਲੋਕ, ਸ਼ਰਮਾ ਸਾਹਿਬ ਵਰਗੇ ਲੋਕ, ਉਹ ਖੁਦ ਚਾਹਰ ਸਾਹਿਬ ਖੁਦ ਬਾਰ ਐਸੋਸੀਏਸ਼ਨਾਂ ਦੇ ਜਿਹੜੇ ਲੋਕ ਸੀਗੇ, ਉਹ ਸਾਹਮਣੇ ਆਏ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਜਾ ਕੇ ਤੁਹਾਡੀ ਅਪੀਲ ਹੋਵਾਂਗੇ, ਔਰ ਅਪੀਲ ਹੋਏ ਔਰ ਜ਼ਮਾਨਤਾਂ ਕਰਾ ਕੇ ਦਿੱਤੀਆਂ। ਤੁਹਾਨੂੰ ਲੱਗਦਾ ਹੁਣ ਜਥੇਬੰਦੀਆਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਕਿ ਕਿਸੇ ਸਿਆਸੀ ਪਾਰਟੀ ਦੀ ਸਪੋਰਟ ਹੋਣੀ ਚਾਹੀਦੀ ਹੈ, ਲੈਣੀ ਚਾਹੀਦੀ ਹੈ? ਕਿਉਂਕਿ ਹੁਣ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਚਾਹੇ ਜੇਲ੍ਹ 'ਚ ਮੁੰਡੇ ਜਿਹੜੇ ਨੇ ਅਰੈਸਟ ਹੋ ਰਹੇ ਨੇ, ਉਹਨਾਂ ਨੂੰ ਥੋੜੀ ਲੋੜ ਲੱਗ ਰਹੀ ਹੈ ਕਿ ਸਿਆਸੀ ਪਾਰਟੀਆਂ ਦੇ ਨਾਲ ਖੜਨਾ ਚਾਹੀਦਾ ਥੋੜਾ। ਨਹੀਂ, ਇਹ ਤਾਂ ਦੇਖੋ ਕਿਸਾਨ ਸੰਗਠਨ ਨੇ, ਉਹਨਾਂ ਨੇ ਜਥੇਬੰਦੀਆਂ ਨੇ ਤੈਅ ਕਰਨਾ, ਸਾਡਾ ਤੇ ਇਹਦੇ 'ਚ ਕੋਈ ਰੋਲ ਨਹੀਂ ਹੋ ਸਕਦਾ। ਮੈਂ ਇਹ ਕਹਿ ਸਕਦਾ, ਨਹੀਂ ਤੁਹਾਨੂੰ ਨਹੀਂ ਲੱਗਦਾ ਮਤਲਬ ਹੁਣ ਉਹਨਾਂ ਨੇ ਥੋੜਾ ਸਪੋਰਟ ਲੈਣੀ ਸ਼ੁਰੂ ਕਰ ਦਿੱਤੀ ਹੈ ਸਿਆਸੀ ਪਾਰਟੀਆਂ ਦੀ? ਨਹੀਂ ਦੇਖੋ, ਇਹ ਤਾਂ ਉਹਨਾਂ ਨੇ ਤੈਅ ਕਰਨਾ, ਅੱਛੀ ਗੱਲ ਅਗਰ ਉਹ ਲੈ ਰਹੇ ਨੇ। ਤੇ ਸੰਯੁਕਤ ਜਿਹੜਾ ਕਿਸਾਨ ਮੋਰਚਾ ਜਿਹਨੂੰ ਕਹਿੰਦੇ ਆ, ਸੰਯੁਕਤ ਲੋਕਾਂ ਦਾ ਹੈ, ਸਭ ਲੋਕਾਂ ਦਾ ਸਹਿਯੋਗ ਹੈਗਾ ਏ। ਭਾਵੇਂ ਸਿੱਧੇ ਤਰੀਕੇ ਨਾਲ ਪਾਰਟੀਆਂ ਦਾ ਸਹਿਯੋਗ ਨਾ ਹੋਵੇ, ਲੇਕਿਨ ਹਰ ਪਾਰਟੀ ਦਾ ਬਿਨਾਂ ਪਾਰਟੀ ਨਾਮ ਤੋਂ ਸਹਿਯੋਗ ਤੇ ਕਰਦੇ ਹੀ ਪਏ ਆ, ਕਿਉਂਕਿ ਵਰਕਰ ਤੇ ਸਭ ਦੇ ਹੀ ਉੱਥੇ ਪਹੁੰਚੇ ਹੋਏ ਨੇ, ਅਕਾਲੀ ਦਲ ਦੇ ਵੀ ਪਹੁੰਚੇ ਨੇ, ਬਾਕੀ ਪਾਰਟੀਆਂ ਵੀ ਸਹਿਯੋਗ ਕਰਦੀਆਂ ਪਈਆਂ। ਸੋ ਇਹਦੇ ਅੰਦਰ ਕੋਈ ਗਲਤ ਨਹੀਂ ਹੈਗਾ, ਆਖਰ ਕਿਸਾਨ ਨੇ ਸਾਰੇ। ਔਰ ਕਿਸਾਨ ਦਾ ਜਦੋਂ ਕੁਝ, ਮੇਰੀ ਗੱਲ ਸੁਣੋ, ਮੈਂ ਟੀਵੀ ਤੇ ਬੈਠਾ ਹੁੰਦਾ, ਮੈਨੂੰ ਪਤਾ, ਮਾਫ਼ ਕਰਨਾ, ਕਿ ਮੈਂ ਆਪਣੇ ਸੰਯਮ ਨੂੰ ਕਿਵੇਂ ਕੰਟਰੋਲ ਕੀਤਾ ਹੁੰਦਾ। ਜਦੋਂ ਮੈਂ ਟੀਵੀ ਤੇ ਦੇਖ ਰਿਹਾ ਹੁੰਦਾ ਕਿ ਕਿਸ ਤਰ੍ਹਾਂ ਦੀ ਬਕਵਾਸਬਾਜ਼ੀ ਕੀਤੀ ਜਾ ਰਹੀ ਆ, ਬਹੁਤ ਗੁੱਸਾ ਚੜ ਰਿਹਾ ਹੁੰਦਾ ਹੈ, ਮਤਲਬ ਦਿਲ ਤੇ ਕਰ ਰਿਹਾ ਟੀਵੀ ਭੰਨ ਦਈਏ। ਉਹ ਕਿਉਂ ਕਰ ਰਿਹਾ ਹੁੰਦਾ? ਕਿਉਂਕਿ ਅੰਦਰੋਂ ਕਿਸਾਨੀ ਆ, ਅੰਦਰੋਂ ਸਿੱਖੀ ਆਵਾਜ਼ ਮਾਰ ਰਹੀ ਹੁੰਦੀ ਆ। ਸੋ ਹਰ ਇੱਕ ਦੇ ਅੰਦਰ ਇਸੇ ਤਰ੍ਹਾਂ ਦਰਦ ਆ। ਅਕਸਰ ਕੀ ਹੁੰਦਾ, ਜਦੋਂ ਕੋਈ ਵੀ ਸਰਕਾਰ ਬਣਾਉਣ ਲਈ ਪਾਰਟੀ ਲੜਦੀ ਹੈ, ਕੰਪੇਨ ਕਰਦੀ ਹੈ, ਤਾਂ ਜਿਹੜੇ ਉਹਨਾਂ ਦੇ ਦਿੱਗਜ ਨੇਤਾ ਹੁੰਦੇ, ਉਹਨਾਂ ਨੂੰ ਜ਼ਮੀਨ ਤੇ ਉਤਾਰਦੇ ਨੇ ਕਿ ਉਹ ਲੜਾਈ ਲੜਨ ਤੇ ਸਾਡੀ ਪਾਰਟੀ ਜਿਹੜੀ ਆ ਪਾਵਰ 'ਚ ਆਵੇ, ਤਾਂ ਉਹਨਾਂ ਨੂੰ ਵਜ਼ੀਰੀਆਂ ਵੀ ਮਿਲਦੀਆਂ ਹੁੰਦੀਆਂ ਨੇ। ਤਾਂ ਉਹ ਇੱਕ ਜ਼ਰੀਆ ਹੁੰਦਾ ਕਿ ਉਹ ਮਿਹਨਤ ਕੀਤੀ ਉਹਨਾਂ ਨੇ ਤੇ ਉਹਨਾਂ ਦੀ ਸਰਕਾਰ ਆਈ। ਪਰ ਹੁਣ ਇੱਥੇ ਲੋਕਾਂ ਦਾ ਇਹ ਕਹਿਣਾ ਕਿ ਤੁਸੀਂ ਜਿਹੜੀ ਮਿਹਨਤ ਇੱਥੇ ਕਰ ਰਹੇ ਹੋ, ਇਹ ਅਕਾਲੀ ਦਲ ਦਾ ਜ਼ਰੀਆ ਤੁਸੀਂ ਬਣੇ ਹੋ, ਅਕਾਲੀ ਦਲ ਲਈ ਰਾਹ ਸਾਫ਼ ਕਰ ਰਹੇ ਹੋ ਤੁਸੀਂ। ਅਕਾਲੀ ਦਲ ਦੀ ਜਿਹੜੀ ਛਵੀ ਖਰਾਬ ਹੋਈ ਹੈ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ, ਉਹਦਾ ਤੁਸੀਂ ਜ਼ਰੀਆ ਹੋ, ਤੁਹਾਡੇ ਜ਼ਰੀਏ ਅਕਾਲੀ ਦਲ ਦਾ ਜਿਹੜਾ ਰਿਵਾਈਵਲ ਹੋ ਰਿਹਾ।
ਦੇਖੋ ਪਹਿਲੀ ਗੱਲ ਮੇਰੀ ਏਡੀ ਵੱਡੀ ਹੈਸੀਅਤ ਨਹੀਂ ਹੈਗੀ, ਮੈਂ ਬਹੁਤ ਛੋਟਾ ਜਿਹਾ ਆਦਮੀ ਆ। ਮੈਨੂੰ ਪਾਰਟੀ ਨੇ ਮਾਣ ਬਖਸ਼ਿਆ ਦਿੱਲੀ ਚੋਂ ਮੈਂਬਰ ਬਣਨ ਦਾ। ਮੈਂ ਦਿੱਲੀ ਕਮੇਟੀ ਦਾ ਮੈਂਬਰ, ਦਿੱਲੀ ਕਮੇਟੀ ਦੇ ਪ੍ਰਧਾਨ ਦੇ ਰੂਪ ਮੈਨੂੰ ਸੇਵਾ ਕਰਨ ਦੀ ਸੰਗਤਾਂ ਨੇ, ਮੈਂਬਰ ਸਾਹਿਬਾਨਾਂ ਨੇ, ਪਾਰਟੀ ਨੇ ਮੌਕਾ ਦਿੱਤਾ। ਮੈਂ ਪਹਿਲੀ ਗੱਲ ਇੰਨਾ ਵੱਡਾ ਹੈ ਹੀ ਨਹੀਂ ਕਿ ਮੇਰੇ ਜ਼ਰੀਏ ਕਿਸੇ ਦਾ ਰਾਹ ਪੱਧਰਾ ਹੋ ਸਕਦਾ ਹੋਵੇ। ਮੈਂ ਜਿਹੜਾ ਕੰਮ ਕਰ ਰਿਹਾ ਮੈਂ ਉਹ ਕੰਮ ਕਰ ਰਿਹਾ ਜਿਹੜਾ ਕਿ ਮੇਰਾ ਫਰਜ਼ ਬਣਦਾ ਹੈ ਮੇਰੀ ਕਮਿਊਨਿਟੀ ਨਾਲ, ਮੇਰੀ ਕੌਮ ਨਾਲ ਖੜੇ ਹੋਣਾ। ਮੈਂ ਟੀਵੀ ਚੈਨਲਾਂ 'ਤੇ ਗਿਆ, ਮੈਨੂੰ ਟੀਵੀਆਂ 'ਤੇ ਕਿਹਾ ਗਿਆ ਕਿ ਤੁਸੀਂ आप तो उन गद्दारों का साथ दे रहे हो। एक ने ये भी कहा कि देश तोड़ने वालों का साथ दे रहे हो और आप उनको आज कंबल दे के आ रहे हो। मैं कहा नहीं, कंबल दे के नहीं, गर्म कपड़े भी दे के आ रहे हैं और वकील भी देंगे, वो हमारे अपने हैं। हम गद्दार कहला के मरने से अच्छा है, कभी ज़िंदगी में ऐसी कभी मौत नहीं मरना चाहेंगे कि हम गद्दार कौम के खिलाएं। हम गद्दार नहीं खिला सकते, मर जाएंगे, पर कभी गद्दार अपनी कौम के नहीं खिलाएंगे। ਅਸੀਂ ਆਪਣੀ ਕੌਮ ਵਾਸਤੇ ਮਰਨ ਵਾਲੇ ਲੋਕ ਹਾਂ। ਇਸ ਕਰਕੇ ਉਹ ਹੁਣ ਲੋਕੀ ਨੂੰ ਪਾਰਟੀ ਨਾਲ ਜੋੜ ਕੇ ਦੇਖਣਗੇ। ਕੋਈ ਕਹੇਗਾ ਜੀ ਫਲਾਣੇ ਦਾ ਪੱਧਰਾ, ਮੇਰੀ ਐਡੀ ਹੈਸੀਅਤ ਨਹੀਂ, ਮੈਂ ਬਹੁਤ ਛੋਟਾ ਆਦਮੀ ਹਾਂ ਕਿ ਮੇਰੇ ਕਰਕੇ ਕਿਸੇ ਦਾ ਰਾਹ ਪੱਧਰਾ ਹੋ ਸਕਦਾ ਹੋਵੇ। ਹਾਂ, ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਹੋ ਰਹੀ ਆ ਔਰ ਇਹਨਾਂ ਕਿਸਾਨ ਵੀਰਾਂ ਜ਼ਮਾਨਤ ਤੋਂ। ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ, ਅੱਜ ਵੀ ਇੱਕ ਬੰਦੇ ਨੇ ਆਪਣਾ ਵਕੀਲ ਖੜਾ ਕਰਕੇ ਜ਼ਮਾਨਤ ਲਗਾਈ, ਜ਼ਮਾਨਤ ਰੱਦ ਹੋ ਗਈ। ਇਸ ਤੋਂ ਪਹਿਲਾਂ ਵੀ ਇੱਕ ਨੇ ਆਪਣਾ ਵਕੀਲ ਖੜਾ ਕਰਕੇ ਜ਼ਮਾਨਤ ਲਗਾਈ, ਜ਼ਮਾਨਤ ਰੱਦ ਹੋ ਗਈ। ਫਿਰ ਸਾਡੀ ਜ਼ਮਾਨਤ ਜਿਹੜੀ ਲੱਗ ਰਹੀ ਸੀਗੀ ਸੈਸ਼ਨ ਅੰਦਰ, ਉਹਦੇ ਨਾਲ ਐਪਲੀਕੇਸ਼ਨ ਲਗਾਈ, ਜ਼ਮਾਨਤ ਐਕਸੈਪਟ ਹੋ ਗਈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਹੈ। ਤੁਹਾਡੇ ਕੋਲ ਕੋਈ ਮੰਤਰ ਹੈ ਕਿ ਦੂਜਿਆਂ ਦੀਆਂ ਜਿਹੜੀਆਂ ਜ਼ਮਾਨਤਾਂ ਰੱਦ ਹੋ ਰਹੀਆਂ ਤੇ ਤੁਹਾਡੀਆਂ ਮਨਜ਼ੂਰ ਹੋ ਰਹੀਆਂ ਨੇ? ਕੋਈ ਸਪੈਸ਼ਲ ਮੰਤਰ ਹੈ? ਬਾਕੀਆਂ ਨੂੰ ਵੀ ਦੱਸ ਦਿਓ। ਬਿਲਕੁਲ ਸਪੈਸ਼ਲ ਮੰਤਰ ਆ, ਕਿਉਂਕਿ ਸਾਡਾ ਦਫ਼ਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਆ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਆ ਔਰ ਅਸੀਂ ਸਾਡਾ ਵਿਸ਼ਵਾਸ ਸੱਚੇ ਤਖਤ ਤੇ ਆ। ਜਿਨ੍ਹਾਂ ਲੋਕਾਂ ਦੇ ਸਰਕਾਰਾਂ ਦੇ ਤਖਤ ਤੇ ਵਿਸ਼ਵਾਸ ਨੇ, ਉਹਨਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ। ਜਿਨ੍ਹਾਂ ਦਾ ਵਿਸ਼ਵਾਸ ਸੱਚੇ ਤਖਤ ਤੇ, ਉਹਨਾਂ ਦਾ ਵਿਸ਼ਵਾਸ ਕਾਇਮ ਰਹਿੰਦਾ ਹੈ। ਤੁਹਾਨੂੰ ਲੱਗਦਾ ਅਕਾਲੀ ਦਲ ਦਾ ਹੁਣ ਜਿਹੜਾ ਜੋ ਹਾਲ ਹੈ ਇਸ ਸਮੇਂ, ਉਹ ਕਾਫੀ ਗ੍ਰਾਫ ਹੈ ਜਿਹੜਾ ਬਹੁਤ ਡਾਊਨ ਹੈ? ਦੇਖੋ ਇਲੈਕਸ਼ਨਾਂ ਜਦੋਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਬਹੁਤ ਸਾਰਾ ਕੁਝ ਹੁੰਦਾ ਹੈ। ਕਿਉਂਕਿ ਮੈਂ ਇਸ ਵੇਲੇ ਜਿਸ ਲੜਾਈ 'ਚ ਹਾਂ, ਉਸ ਵੇਲੇ ਮੇਰਾ ਕਿਸੇ ਵੀ ਤਰ੍ਹਾਂ ਦੀ ਅਸੀਂ ਪ੍ਰਤੀਕਿਰਿਆ ਕਰਾਂ, ਜਿਵੇਂ ਤੁਸੀਂ ਆਪ ਹੀ ਮੈਨੂੰ ਪਹਿਲਾਂ ਕਿਹਾ, ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਜਿਹੜੀ ਸਾਡੀ ਲੜਾਈ ਆ, ਜਿਹੜਾ ਸਾਡਾ ਕਿਸਾਨੀ ਕੋਲ ਆ, ਇਹਦੇ 'ਤੇ ਕਿਸੇ ਤਰੀਕੇ ਦਾ ਕੋਈ ਅਸਰ ਹੋਵੇ। ਇਸ ਕਰਕੇ ਮੈਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ। ਅੱਜ ਲੜਾਈ ਅਸੀਂ ਵੱਡੀ ਲੜਦੇ ਪਏ, ਉਹ ਲੜਾਈਆਂ ਬੜੀਆਂ ਛੋਟੀਆਂ ਨੇ। ਅੱਜ ਆਪਣੀ ਕਮਿਊਨਿਟੀ ਦੀ ਲੜਾਈ ਆ, ਕੌਮ ਦੀ ਲੜਾਈ ਆ, ਇਹਨੂੰ ਲੜਨਾ ਬੜਾ ਜ਼ਰੂਰੀ ਆ। ਪਾਰਟੀਆਂ ਦੀ ਲੜਾਈਆਂ ਤੇ ਛੋਟੀਆਂ ਨੇ, ਕਿਸੇ ਦੀ ਸੱਤਾ ਅੱਜ ਆ ਜੂ, ਕਿਸੇ ਦੀ ਕੱਲ੍ਹ ਆ ਜੂਗੀ, ਪਰ ਇਹ ਕੌਮ ਦੀ ਲੜਾਈ ਜੇ ਆਪਾਂ ਹਾਰ ਗਏ ਤੇ ਫਿਰ ਦੁਬਾਰਾ ਕਦੀ ਜਿੱਤ ਨਹੀਂ ਸਕਾਂਗੇ। ਥੋੜੇ ਵੱਡੇ ਬਾਦਲ ਸਾਹਿਬ ਦੀ ਗੱਲ ਕਰੀਏ ਤਾਂ ਉਹ ਇਸ ਅੰਦੋਲਨ ਦੇ ਦੌਰਾਨ ਕਾਫੀ ਸ਼ਾਂਤ ਰਹੇ ਨੇ, ਕੋਈ ਉਹਨਾਂ ਦਾ ਬਿਆਨ ਨਹੀਂ ਸੁਣਨ ਨੂੰ ਮਿਲਿਆ। ਕਿਉਂ ਸ਼ਾਂਤ ਨੇ ਵੱਡੇ ਬਾਦਲ ਸਾਹਿਬ? ਨਹੀਂ, ਹੁਣ ਇਹ ਦੇਖੋ, ਇਹ ਤਾਂ ਗੱਲ ਉਹੀ ਕਰ ਸਕਦੇ ਨੇ, ਕਿਉਂਕਿ ਉਹ ਤਾਂ ਮੈਂ ਦੇਖ ਰਿਹਾ ਕਿ ਕਾਫੀ ਪਿਛਲੇ 2-3 ਸਾਲਾਂ ਤੋਂ ਹੀ, ਜਦੋਂ ਤੋਂ ਹੀ ਸਰਕਾਰ ਤੋਂ ਬਾਹਰ ਹੋਏ ਨੇ, ਉਸ ਤੋਂ ਬਾਅਦ ਉਹਨਾਂ ਦਾ ਤਾਂ ਆਪਣਾ ਰਿਲੈਕਸ ਮੂਡ 'ਚ ਮੈਂ ਦੇਖਿਆ ਜ਼ਿਆਦਾਤਰ, ਕਿਉਂਕਿ ਇੱਕ ਏਜ ਵੀ ਹੈਗੀ ਆ, ਇੱਕ ਸਿਹਤ ਦਾ ਵੀ ਅਸਰ ਹੈ। ਬਾਕੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਤਾਂ ਆਪਣੇ ਪੰਜਾਬੀਆਂ ਦੀ ਪਾਰਟੀ ਆ, ਜਿੱਥੇ ਵੀ ਲੋੜ ਪਈ ਆ ਹਮੇਸ਼ਾ ਖੜੀ ਆ ਤੇ ਖੜੀ ਰਹੂਗੀ। ਕਿਸਾਨ ਅੰਦੋਲਨ 'ਚ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੇਖਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ? ਨਹੀਂ, ਕਿਸਾਨ ਅੰਦੋਲਨ 'ਚ ਤੇ ਉਹਨਾਂ ਨੇ ਫਿਜ਼ੀਕਲੀ ਤੇ ਉਹ ਹੈ ਹੀ ਨਹੀਂ, ਕਿ ਫਿਜ਼ੀਕਲੀ ਤੇ ਉਹ ਠੀਕ ਹੀ ਐਕਟਿਵ ਨਹੀਂ ਹੈਗੇ, ਲੇਕਿਨ ਓਬਵੀਅਸਲੀ ਜਿੱਥੇ ਵੀ ਆ ਉਹਨਾਂ ਦੇ ਮਨ 'ਚ ਇਹ ਤੇ ਭਾਵਨਾ ਹਰੇਕ ਦੇ ਮਨ 'ਚ ਹੀ ਆ ਨਾ। ਇਹ ਤਾਂ ਕੋਈ ਆਪਾਂ ਇਹ ਨਹੀਂ ਕਹਿ ਸਕਦੇ, ਭਾਵੇਂ ਕੋਈ ਕਿਤੇ ਵੀ ਬੈਠਾ ਹੈ। ਮੈਂ ਦਿੱਲੀ ਦੇ ਅੰਦਰ ਗੱਲ ਕਰਾਂ ਜਾਂ ਦੇਸ਼ ਦੀ ਗੱਲ ਕਰਾਂ, ਦੇਸ਼ ਦੇ ਔਰ ਦਿੱਲੀ ਦੇ ਲੋਕ ਜਿਹੜੇ ਕਿਸਾਨੀ 'ਚ ਨਹੀਂ ਵੀ ਹੈਗੇ, ਜਿਹਦਾ ਕਿੱਤਾ ਕਿਸਾਨੀ ਨਹੀਂ ਵੀ ਹੈਗਾ, ਦਰਦ ਉਹਨਾਂ ਦੇ ਮਨ 'ਚ ਵੀ ਹੈਗਾ। ਇਸ ਕਰਕੇ ਸੁਭਾਵਿਕ ਤੌਰ 'ਤੇ ਦਰਦ ਤੇ ਸਾਰਿਆਂ ਦੇ ਮਨ 'ਚ ਹੈ ਤੇ ਉਹਨਾਂ ਦੇ ਮਨ 'ਚ ਵੀ ਹੈਗਾ। ਮੋਦੀ ਸਾਹਿਬ ਤਾਂ ਬਹੁਤ ਇੱਜ਼ਤ ਕਰਦੇ ਸੀਗੇ ਵੱਡੇ ਬਾਦਲ ਸਾਹਿਬ ਦੀ, ਹੁਣ ਵੀ ਕਰਦੇ ਹੋਣਗੇ, ਪੈਰੀ ਹੱਥ ਲਾਉਂਦੇ ਸੀ ਵੱਡੇ ਬਾਦਲ ਸਾਹਿਬ। ਇੱਕ ਫੋਨ ਕਰਕੇ ਉਹਨਾਂ ਨੂੰ ਕਹਿ ਨਹੀਂ ਸਕਦੇ ਸੀ ਕਿ ਤੁਸੀਂ ਸਾਡੇ ਕਿਸਾਨਾਂ ਦੀ ਵੀ ਗੱਲ ਸੁਣੋ? ਨਹੀਂ, ਦੇਖੋ ਕਿਸਾਨੀ ਜਿਹੜਾ ਅੰਦੋਲਨ ਆ, ਇਸ ਦੀ ਲੜਾਈ ਕਿਸਾਨਾਂ ਨੇ ਆਪ ਬਹੁਤ ਉੱਪਰ ਤੱਕ ਲੈ ਕੇ ਗਏ ਨੇ। ਮਤਲਬ ਮੈਂ ਕਿ ਕਿਸੇ ਨੇ ਵੀ ਆਪਣੀ ਜੀਵਨ ਕਾਲ ਦੇ ਅੰਦਰ ਕਿਸੇ ਅੰਦੋਲਨ ਨੂੰ ਇਤਨੀ ਪੀਕ ਤੇ ਜਾਂਦਿਆਂ ਨਹੀਂ ਦੇਖਿਆ। ਉਹਦੇ ਅੰਦਰ ਕਿਸੇ ਵੱਲੋਂ ਇੱਕ ਵੀ ਸਟੇਟਮੈਂਟ ਦਿੱਤੀ ਸਾਰੇ ਅੰਦੋਲਨ ਦਾ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਇਹ ਮੈਸੇਜ ਦੇ ਸਕਦੀ ਕਿ ਨੁਕਸਾਨ ਪਹੁੰਚ ਰਿਹਾ ਹੈ। ਤੇ ਇਸ ਕਰਕੇ ਜਿਹੜੇ ਲੋਕ ਇਸ ਲੜਾਈ ਨੂੰ ਲੜ ਰਹੇ ਨੇ, ਉਹਨਾਂ ਨੂੰ ਹੀ ਅੱਗੇ ਹੋ ਕੇ ਇਸ ਲੜਾਈ ਨੂੰ ਲੜਨਾ ਚਾਹੁੰਦਾ। ਤੁਸੀਂ ਮੈਨੂੰ 2 ਵਾਰ ਸਵਾਲ ਪੁੱਛਿਆ, ਤਾਂ ਹੀ ਮੈਂ ਤੁਹਾਨੂੰ ਕਹਿਣਾ ਕਿ ਯਾਰ ਕੋਈ ਸਟੇਟਮੈਂਟ ਅਸੀਂ ਨਹੀਂ ਦਿੰਦੇ ਤਾਂ ਕਿ ਕੋਈ ਕੱਲ੍ਹ ਨੂੰ ਨੁਕਸਾਨ ਹੋ ਜਾਏ। ਫੋਨ ਕਾਲ ਕਰਕੇ ਕਹਿ ਸਕਦੇ ਸੀ ਵੀ ਤੁਸੀਂ ਸਾਡੇ ਕਿਸਾਨਾਂ ਦੇ ਵੀ ਸੁਣ ਲਓ, ਕਿਉਂਕਿ ਬਾਬਾ ਬੋੜ ਰਾਜਨੀਤੀ ਦੇ ਮੰਨੇ ਜਾਂਦੇ ਨੇ ਵੱਡੇ ਬਾਦਲ ਸਾਹਿਬ, ਤੇ 9 ਮਾਸ ਦਾ ਰਿਸ਼ਤਾ ਵੀ ਸੀਗਾ, ਪਰ ਜਿਹੜਾ ਹੁਣ ਟੁੱਟ ਗਿਆ, ਨਹੀਂ ਉਹਨਾਂ ਦੇ ਕਰਕੇ 9 ਮਾਸ ਦਾ ਰਿਸ਼ਤਾ ਸੀਗਾ, ਲੇਕਿਨ ਬੀਜੇਪੀ ਨੇ ਨਹੀਂ ਜਦੋਂ ਮੰਨੀ, ਕਿਉਂਕਿ ਅਸੀਂ ਵੀ ਮੰਨਦੇ ਸਾਂ ਕਿ ਬੀਜੇਪੀ ਨੂੰ ਇਹ ਗੱਲ ਮੰਨਣੀ ਚਾਹੀਦੀ ਸੀਗੀ। ਅਕਾਲੀ ਦਲ ਕਿਉਂਕਿ ਇਹ ਭਾਵਨਾ ਪੰਜਾਬ ਦੀ ਔਰ ਕਿਸਾਨੀ ਦੀ ਸਮਝਦੀ ਆ, ਔਰ ਬੀਜੇਪੀ ਨੂੰ ਅਕਾਲੀ ਦਲ ਦੀ ਗੱਲ ਮੰਨਣੀ ਚਾਹੀਦੀ ਸੀ। ਜਦੋਂ ਨਹੀਂ ਮੰਨੀ ਤੇ ਇੱਕ ਗੱਲ ਸਮਝ ਆ ਗਿਆ ਕਿ ਇਹ ਰਿਸ਼ਤਾ ਹੁਣ ਕਾਇਮ ਰਹਿ ਹੀ ਨਹੀਂ ਸਕਦਾ, ਕਿਉਂਕਿ ਜਿਹਦਾ ਆਧਾਰ ਸੀ ਇਸ ਰਿਸ਼ਤੇ ਦਾ ਉਹ ਇਹ ਸੀਗਾ ਕਿ ਅਸੀਂ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦੇ ਸੀ, ਔਰ ਬੀਜੇਪੀ ਕਿਉਂਕਿ ਅਸੀਂ ਪੰਜਾਬ ਔਰ ਪੰਜਾਬੀ ਨੂੰ ਰਿਪਰੈਜ਼ੈਂਟ ਕਰਦੇ ਸੀ ਤੇ ਸਾਡਾ ਸਹਿਯੋਗੀ ਸੀਗਾ ਤਾਂ ਕਿ ਦੇਸ਼ ਦੇ ਅੰਦਰ ਇੱਕ ਅੱਛਾ ਮਾਹੌਲ ਬਣਾ ਕੇ ਰੱਖਿਆ ਜਾਵੇ। ਜਦੋਂ ਪੰਜਾਬ ਔਰ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਦੀ ਗੱਲ ਮੰਨਣ ਤੋਂ ਹੀ ਮਨਾ ਕਰ ਦਿੱਤਾ ਤੇ ਬੜਾ ਸਪਸ਼ਟ ਹੋ ਗਿਆ ਕਿ ਹੁਣ ਉਹਨਾਂ ਨੂੰ ਇਸ ਪੰਜਾਬ ਔਰ ਪੰਜਾਬੀਅਤ ਦੀ ਲੋੜ ਨਹੀਂ ਰਹੀ, ਤੇ ਇਸ ਕਰਕੇ ਰਿਸ਼ਤੇ ਦੀ ਲੋੜ ਦੀ ਅਹਿਮੀਅਤ ਹੀ ਖਤਮ ਹੋ ਜਾਂਦੀ ਹੈ।
ਤੇ 2022 ਚ ਫਿਰ ਬੀਜੇਪੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਕੁਝ ਕਰ ਸਕੇਗੀ? ਮੈਂ ਤੁਹਾਨੂੰ ਕਿਹਾ ਮੈਂ ਪੋਲੀਟੀਕਲ ਕੋਈ ਸਟੇਟਮੈਂਟ ਤੋਂ ਗੁਰੇਜ਼ ਕਰਨਾ ਚਾਹੁੰਦਾ। ਮੇਰੀ ਲੜਾਈ ਬਿਲਕੁਲ ਅਲੱਗ ਕਿਸਮ ਦੀ ਬਣੀ ਹੋਈ ਆ, ਔਰ ਉਹਦੇ ਅੰਦਰ ਕੋਈ ਵੀ ਪਾਰਟੀ ਫਿਰ ਉਸ ਗੱਲ ਨੂੰ ਲੈ ਕੇ ਚੱਲਦੀ ਆ ਕਿ ਦੇਖੋ ਜੀ ਇਹ ਤਾਂ ਰਾਜਨੀਤਿਕ ਤੌਰ ਤੇ ਗੱਲ ਕਰਦੇ। ਹਰ ਪਾਰਟੀ ਨੇ ਆਪਣੀ ਕੋਸ਼ਿਸ਼ ਕਰਨੀ ਆ, ਆਉਣ ਵਾਲਾ ਸਮਾਂ ਦੱਸੂਗਾ। ਜਦੋਂ ਪੋਲੀਟੀਕਲ ਲੜਾਈ ਲੜਾਂਗੇ, ਪੋਲੀਟੀਕਲ ਸਟੇਜਾਂ ਤੇ ਆਵਾਂਗੇ, ਫਿਰ ਪੋਲੀਟੀਕਲ ਗੱਲਾਂ ਕਰਾਂਗੇ। ਅਖੀਰਲਾ ਸਵਾਲ, ਅਸੀਂ ਜਿੱਤਾਂਗੇ ਮੋਰਚਾ? 100% ਜਿੱਤਾਂਗੇ, ਕਿਉਂਕਿ ਨਾ ਜਿੱਤ ਵੱਲ ਜਾ ਰਿਹਾ ਹੈ। 26 ਤਰੀਕ ਦੀ ਤੁਸੀਂ ਅਗਰ ਗੱਲ ਕਰੋ ਤੇ ਕੋਈ ਵੀ ਇਨਸਾਨ ਜਿਹੜਾ ਦੇਖ ਰਿਹਾ ਸੀ ਨਾ, ਉਹਨੂੰ ਦ੍ਰਿਸ਼ ਬੜੇ ਅਜੀਬ ਜਿਹੇ ਦਿਖਣ ਲੱਗ ਪਏ ਸੀ। ਐਂ ਲੱਗਣ ਲੱਗ ਪਿਆ ਸੀ ਸਭ ਖੇਰੂ ਹੋ ਗਿਆ। ਐਂ ਲੱਗਣ ਲੱਗ ਪਿਆ ਸੀ ਕਿ ਨਾ ਇਕੱਠੇ ਹੋਣ ਵਾਲੀਆਂ ਚੀਜ਼ਾਂ ਹੋ ਗਈਆਂ ਨੇ। ਔਰ ਅਚਾਨਕ ਜਿਹੜਾ ਮੈਂ ਦੇਖੋ ਘੱਟੋ ਘੱਟ ਮੈਂ ਬੜਾ ਸਪਸ਼ਟ ਜਿਹਾ ਬੋਲਣ ਵਾਲਾ ਆਦਮੀ ਆ, ਮੈਂ ਉਹਦੇ ਅੰਦਰ ਰਾਕੇਸ਼ ਟਕੇਤ ਜੀ ਦਾ ਬਹੁਤ ਵੱਡਾ ਯੋਗਦਾਨ ਦੇਖਦਾ। ਜੋ ਰਾਕੇਸ਼ ਟਕੇਤ ਨੇ ਉਸ ਦਿਨ ਆਪਣੀ ਭਾਵਨਾ ਵਿਅਕਤ ਕੀਤੀ, ਔਰ ਉਸ ਭਾਵਨਾ ਔਰ ਦੇਸ਼ ਦੇ ਅੰਦਰ ਜੋ ਮਾਹੌਲ ਬਣਾਇਆ ਜਾ ਰਿਹਾ ਸਾਡੇ ਖਿਲਾਫ, ਹਰ ਬੰਦਾ ਪੈਰ ਥੜਕ ਛੱਡਦੇ ਸੀ। ਜੇ ਰਾਕੇਸ਼ ਟਕੇਤ ਉਸ ਦਿਨ ਪੈਰ ਥੜਕ ਜਾਂਦਾ ਔਰ ਕਹਿੰਦਾ ਕਿ ਨਹੀਂ ਜੀ ਦੇਖੋ ਇਹ ਤਾਂ ਗਲਤ ਹੋ ਗਿਆ, ਤੇ ਮੈਂ ਤਾਂ ਨਹੀਂ ਸਾਥ ਦਿੰਦਾ, ਬਹੁਤ ਨੁਕਸਾਨ ਹੋਣਾ ਸੀ। ਪਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਗਏ ਉੱਥੇ। ਨਹੀਂ, ਪਹਿਲਾਂ ਮੈਂ ਦੱਸਦਾ, ਬਹੁਤ ਨੁਕਸਾਨ ਹੋਣਾ ਸੀ। ਔਰ ਨੁਕਸਾਨ ਖਾਲੀ ਕਿਸਾਨ ਮੋਰਚੇ ਦਾ ਨਹੀਂ ਹੋਣਾ ਸੀ, ਕਿਸਾਨ ਮੋਰਚੇ ਨੂੰ ਅੱਗੇ ਕਰਕੇ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਲੇਕਿਨ ਰਾਕੇਸ਼ ਟਕੇਤ ਨੇ ਉਹਦਾ ਸਟੈਂਡ ਲਿਆ। ਔਰ ਮੈਂ ਨਹੀਂ ਕਹਿੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ, ਦੇਸ਼ ਦੇ ਹਰ ਬੰਦੇ ਨੂੰ ਉਹਦੇ ਕੋਲ ਜਾਣਾ ਚਾਹੀਦਾ। ਉਸ ਬੰਦੇ ਨੇ ਸਟੈਂਡ ਲਿਆ, ਔਰ ਉਹਦਾ ਸਟੈਂਡ ਦਾ ਕਾਰਨ ਆ ਕਿ ਅਸੀਂ ਵਾਪਸ ਖੜੇ ਹੋਏ ਹਾਂ। ਵਰਨਾ ਇਹ ਸੱਚੀ ਗੱਲ ਆ ਕਿ ਇਸ ਅੰਦੋਲਨ ਨੂੰ ਖੜਾ ਕੀਤਾ ਸੀਗਾ ਪੰਜਾਬ ਔਰ ਪੰਜਾਬੀਆਂ ਨੇ, ਪਰ ਇਸ ਅੰਦੋਲਨ ਨੂੰ ਬਚਾਉਣ ਦਾ ਬਾਅਦ ਚ ਕੰਮ ਕੀਤਾ ਹੈ ਰਾਕੇਸ਼ ਟਕੇਤ ਨੇ ਔਰ ਯੂਪੀ ਔਰ ਹਰਿਆਣਾ ਦੇ ਲੋਕਾਂ ਨੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਨ ਸਾਡੇ ਨਾਲ ਮਨਜਿੰਦਰ ਸਿੰਘ ਸਿਰਸਾ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਜਿਹੜੇ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚ ਫਸੇ ਹੋਏ ਨੇ, ਇਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਜਿੰਨੇ ਕੁ ਹਜੇ ਰਹਿ ਗਏ ਨੇ ਉਹ ਵੀ ਨਿਕਲ ਆਉਣਗੇ, ਤੇ ਇਹ ਮੋਰਚਾ ਵੀ ਅਸੀਂ 100% ਜਿੱਤਾਂਗੇ। ਤਾਂ ਹੋਰ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਗਗਨ, ਸਨਮਜੀਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।